अस्सलाम वालेकुम, मैं हूं आपका होस्ट अदील साबिर और आप देख रहे हैं हमारा यूट्यूब चैनल। आज हम मौजूद हैं शाहकोट में गुलाम हुसैन साहब उर्फ गामू शेख, जिनकी बर्फ़ी पूरे पाकिस्तान में मशहूर है और दूर दराज से लोग यहाँ ये बर्फ़ी टेस्ट करने आते हैं। ये 50 साल से काम कर रहे हैं और इनकी वर्किंग देखें कि इन्होंने छोटे लेवल से काम शुरू किया और आज बहुत बड़े पैमाने पर काम कर रहे हैं। तो आइए जानते हैं इनसे इनकी तफसीलात। अस्सलाम वालेकुम। वालेकुम सलाम। की हाल सर? ठीक अल्हम्दुलिल्लाह। और सेहत भी? अल्हम्दुलिल्लाह, अल्लाह का शुक्र। की नाम ਤੁਹਾਡਾ? अली हमजा महमूदुल हसन। अच्छा, मैंने दसो ਤੁਸੀਂ ਇੱਥੇ ਕਿੰਨੇ ਚਿਰ ਤੋਂ ਕੰਮ ਕਰ ਰਹੇ ਹੋ? 8 ਸਾਲ ਸੇ ਤੱਕ 8 ਸਾਲ। ਜੀ। ਤੇ ਇਹ ਜਿਹੜੀ ਦੁਕਾਨ ਆ ਜਿਨ੍ਹਾਂ ਦੀ ਸ਼ੇਖ ਸਾਹਿਬ ਦੀ, ਉਹ ਕੀ ਲੱਗਦੇ ਤੁਹਾਨੂੰ? ਇਹ ਮੇਰੇ ਨਾਨਾ ਜੀ ਲੱਗਦੇ ਨੇ ਜੀ। ਨਾ ਜੀ। ਅੱਛਾ, ਮੈਨੂੰ ਦੱਸੋ ਕਿ ਇਹ ਦੁਕਾਨ ਦਾ ਸਿਲਸਿਲਾ ਸ਼ੇਖ ਸਾਹਿਬ ਨੇ ਕਦੋਂ ਸ਼ੁਰੂ ਕੀਤਾ ਔਰ ਇਹ ਸਾਰੇ ਉਤਾਰ ਚੜਾਓ ਇਹ ਇੱਥੇ ਇੰਨੇ ਲੈਵਲ ਤੱਕ ਕਿੱਦਾਂ ਸਾਰੀ ਪਹੁੰਚੇ ਇੱਥੇ, ਔਰ ਪੂਰੀ ਦੁਨੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਲੋਕ ਸਾਰੇ ਇੱਥੇ ਬਰਫੀ ਖਾਣ ਆਉਂਦੇ ਆ, ਬਹੁਤ ਯਾਨੀ ਮਸ਼ਹੂਰ ਟੇਸਟ ਹੈ। ਇਹ ਕੀ ਇਹਦੇ ਪਿੱਛੇ ਰਾਜ? ਜੀ ਇਹ ਮੇਰੇ ਨਾਨਾ ਜੀ ਨੇ ਇੱਕ ਨਾ ਛੋਟੇ ਜਿਹੇ ਚਾਹ ਦੇ ਸਟਾਲ ਤੋਂ ਕੰਮ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਉਹਨਾਂ ਨੇ ਨਾਲ ਦੁੱਧ ਦਾ ਕੰਮ ਸਟਾਰਟ ਕਰ ਲਿਆ। ਉਸ ਤੋਂ ਬਾਅਦ ਉਹਨਾਂ ਦੇ ਮਾਈਂਡ 'ਚ ਆਇਆ ਵੀ ਮੈਂ ਬਰਫੀ ਦਾ ਨਾਲ ਸਵੀਟਸ ਦਾ ਸ਼ੁਰੂ ਕਰਾਂ। ਫਿਰ ਉਹਨਾਂ ਨੇ ਬਰਫੀ ਦਾ ਕੰਮ ਸ਼ੁਰੂ ਕੀਤਾ ਨਾਲ। ਉਸ ਤੋਂ ਬਾਅਦ ਫਿਰ ਮੇਰੇ ਮਾਮੂ ਜਿਹੜੇ ਨੇ ਉਹ ਉਹਨਾਂ ਦੇ ਨਾਲ ਮਿਲ ਗਏ ਅਤੇ ਉਹਨਾਂ ਨੇ ਮਾਮੂਆਂ ਨੇ ਨਾਲ ਅਣਥੱਕ ਮਿਹਨਤ ਕਰਕੇ ਦਿਨ ਰਾਤ ਇੱਕ ਕਰਕੇ ਉਹਨਾਂ ਨੇ ਮਿਹਨਤ ਕੀਤੀ, ਇਹਦੇ 'ਤੇ ਮਜ਼ੀਦ ਵਰਕ ਕੀਤਾ। ਉਹਨਾਂ ਨੇ ਆਪਣਾ ਖੇਲ ਸਪੋਰਟਸ ਵਗੈਰਾ ਸਭ ਕੁਝ ਛੱਡ ਕੇ ਉਹਨਾਂ ਨੇ ਨਾ ਆਪਣੀ ਦੁਕਾਨ ਦੀ ਤਰਫ, ਕਾਰੋਬਾਰ ਦੀ ਤਰਫ ਤਵੱਜਾ ਦਿੱਤੀ ਅਤੇ ਅੱਲਾ ਦਾ ਸ਼ੁਕਰ ਹੈ ਅੱਜ ਉਹਨਾਂ ਦੀ ਮਿਹਨਤ ਦੀ ਬਦੌਲਤ ਅੱਜ ਇਸ ਮੁਕਾਮ ਤੱਕ ਪਹੁੰਚੇ ਹਾਂ ਅਸੀਂ। ਅਤੇ ਇਹ ਸ਼ੇਖ ਜੀ ਬਰਫੀ ਪੂਰੀ ਦੁਨੀਆ 'ਤੇ ਬਲਕਿ ਪੂਰੀ ਪਾਕਿਸਤਾਨ 'ਚ ਮਸ਼ਹੂਰ ਹੈ। ਸ਼ੇਖ ਸਾਹਿਬ ਜਿਨ੍ਹਾਂ ਨੇ ਇਹ ਦੁਕਾਨ ਬਣਾਈ ਉਹ ਉਹਨਾਂ ਦਾ ਵਿਸਾਲ ਹੋ ਗਿਆ, ਉਹਨਾਂ ਤੋਂ ਬਾਅਦ ਇਹ ਕੰਮ ਕਿਹਨੇ ਸੰਭਾਲਿਆ? ਜੀ ਉਹਨਾਂ ਦੇ ਸ਼ੇਖ ਗੁਲਾਮ ਹੁਸੈਨ ਦੇ ਵਿਸਾਲ ਤੋਂ ਬਾਅਦ ਉਹਨਾਂ ਦੇ ਬੇਟੇ ਸ਼ੇਖ ਮੁਹੰਮਦ ਇਕਰਾਮ ਸਾਹਿਬ ਅਤੇ ਸ਼ੇਖ ਸਾਕਿਬ ਸ਼ਿਰਾਜ਼ ਸਾਹਿਬ, ਇਹ ਉਹਨਾਂ ਦੇ ਅੰਡਰ ਹੈ ਸਾਰਾ। ਅੱਛਾ, ਇਹ ਜਿਹੜਾ ਸਿਲਸਿਲਾ ਇੰਨਾ ਚੱਲ ਰਿਹਾ ਹੈ, ਲੱਸੀ ਹੈ, ਦੁੱਧ ਹੈ, ਚਾਹ ਹੈ, ਬਰਫੀ ਹੈ, ਇਹ ਤਕਰੀਬਨ ਡੇਲੀ ਕਿੰਨੀ ਬਰਫੀ ਤੁਹਾਡੀ ਸੇਲ ਹੋ ਜਾਂਦੀ? ਇਹ ਮਾਸ਼ਾਅੱਲਾ ਅੱਜ ਕੱਲ੍ਹ ਤਾਂ ਦੁੱਧ ਦੀ ਸ਼ਾਰਟੇਜ ਹੈ। ਦੁੱਧ ਦੇ ਹਿਸਾਬ ਦੇ ਨਾਲ ਹੈ, ਜਿੰਨਾ ਦੁੱਧ ਹੋਏਗਾ ਉਹਦੇ ਹਿਸਾਬ ਦੇ ਨਾਲ ਖੋਇਆ ਬਣੇਗਾ। ਫਿਰ ਉਸ ਤੋਂ ਬਾਅਦ ਉਸ ਖੋਏ ਦੀ ਅੱਗੋਂ ਬਰਫੀ ਬਣਦੀ ਹੈ ਅਤੇ ਉਹ ਬਰਫੀ ਸੇਲ ਹੁੰਦੀ ਹੈ। ਦੁੱਧ ਸਾਡਾ ਆਪਣਾ ਚਾਹ ਦੇ ਵਿੱਚ ਯੂਜ਼ ਹੁੰਦਾ ਹੈ, ਬਾਹਰ ਵੈਸੇ ਸੇਲ ਹੁੰਦਾ ਹੈ ਸਾਦਾ ਦੁੱਧ। ਫਿਰ ਮਿਲਕ ਆਪਣਾ ਰਬੜੀ ਦੁੱਧ ਵਗੈਰਾ, ਦਹੀਂ ਵਗੈਰਾ ਕੁਲਫੀ ਦੇ ਵਿੱਚ ਇਸਤੇਮਾਲ ਹੁੰਦਾ ਹੈ। ਤਕਰੀਬਨ ਬਰਫੀ ਕਿੰਨੀ ਅੰਦਾਜ਼ਨ ਰੋਜ਼ ਸੇਲ ਕਰਦੇ? ਇਹਦਾ ਮਾਸ਼ਾਅੱਲਾ ਕੋਈ ਹਿਸਾਬ ਨਹੀਂ ਹੈਗਾ, ਜਿੰਨੀ ਬਣ ਜਾਂਦੀ ਮਾਸ਼ਾਅੱਲਾ ਉਨੀ ਸੇਲ। ਕਿ ਜੇ ਦੁੱਧ ਦੇ ਹਿਸਾਬ ਨਾਲ ਕਿ ਜਿੰਨਾ ਅੱਛਾ ਦੁੱਧ ਆਏਗਾ ਉਨੀ ਬਰਫੀ? ਹਾਂਜੀ, ਜਿੰਨਾ ਦੁੱਧ ਆਏਗਾ ਉਨੀ ਆਪਣਾ ਬਰਫੀ ਦੀ ਕੁਆਂਟੀਟੀ ਵੀ ਅੱਛੀ ਹੋਏਗੀ ਅਤੇ ਉਨੀ ਬਰਫੀ ਸੇਲ ਜ਼ਿਆਦਾ ਹੋ ਜਾਂਦੀ। ਇਹ ਦੁਕਾਨ 'ਤੇ ਕਿੰਨੇ ਵਰਕਰ ਆ ਜਿਹੜੇ ਕੰਮ ਕਰ ਰਹੇ ਆ? ਦੁਕਾਨ ਦੇ ਜਿਹੜੀ ਫਰੰਟ ਏਰੀਆ 'ਤੇ ਬਹਿ ਕੇ ਜਿਹੜਾ ਬਰਫੀ ਬਣਾਉਂਦੇ ਆ, ਉਹਨਾਂ ਤੋਂ ਹਟ ਕੇ ਜਿਹੜੇ ਫਰੰਟ 'ਤੇ ਦੁਕਾਨ ਦੇ ਵਿੱਚ ਕੰਮ ਕਰ ਰਹੇ ਹੋ, ਕਿੰਨੇ ਮਜ਼ਦੂਰ? ਇਹਨਾਂ ਦੇ ਵਿੱਚ 10 ਤੋਂ 15 ਵਰਕਰ ਮਾਸ਼ਾਅੱਲਾ ਕੰਮ ਕਰ ਰਹੇ ਨੇ ਫਰੰਟ ਏਰੀਏ 'ਤੇ ਅਤੇ ਤਕਰੀਬਨ 10 ਕੁ ਬੈਕ ਏਰੀਏ 'ਤੇ ਨੇ ਕੰਮ ਕਰ ਰਹੇ। ਟੋਟਲ 25 ਵਰਕਰ ਨੇ, 25 ਵਰਕਰ ਨੇ। ਯਾਨੀ ਕੁਛ ਪਿੱਛੇ ਕੰਮ ਕਰ ਰਹੇ ਜਿਹੜੇ ਬਰਫੀ ਬਣਾਉਂਦੇ ਆ, ਦੁੱਧ ਲੈ ਕੇ ਆਉਂਦੇ, ਔਰ ਕੁਛ? ਹਾਂਜੀ, ਟੋਟਲੀ 25 ਵਰਕਰ ਨੇ। ਕਸਟਮਰ ਦੀ ਕੋਈ ਸ਼ਿਕਾਇਤ ਤਾਂ ਨਹੀਂ ਕਦੀ ਆਈ? ਨਹੀਂ, ਕਸਟਮਰ ਦੀ ਅਲਹਮਦੁਲਿਲਾ ਅੱਜ ਤੱਕ ਕੋਈ ਸ਼ਿਕਾਇਤ ਬਰਫੀ ਦੇ ਨਾ ਦੁੱਧ ਦੇ ਮਾਮਲੇ 'ਚ ਨਾ ਬਰਫੀ ਦੇ ਮਾਮਲੇ 'ਚ, ਤਕਰੀਬਨ ਸਾਰੀਆਂ ਚੀਜ਼ਾਂ ਦੇ ਵਿੱਚ ਕੋਈ ਕਸਟਮਰ ਦੀ ਸ਼ਿਕਾਇਤ ਅੱਜ ਤੱਕ ਅਲਹਮਦੁਲਿਲਾ ਕੋਈ ਨਹੀਂ ਆਈ ਹੈਗੀ। ਅੱਛਾ, ਇਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਇਹ ਆਨਲਾਈਨ ਵੀ ਸੇਲ ਕਰਦੇ ਹੋ ਜਾਂ ਬਸ ਇਹ ਦੁਕਾਨ ਤੇ ਫਿਜ਼ੀਕਲੀ? ਹਾਂਜੀ, ਇਹ ਅਸੀਂ ਆਨਲਾਈਨ ਵੀ ਸਟਾਰਟ ਕੀਤਾ ਹੋਇਆ ਕੰਮ। ਕਸਟਮਰ ਪਹਿਲੇ ਸਾਨੂੰ ਈਜ਼ੀ ਪੈਸਾ ਕਰਵਾ ਦਿੰਦਾ, ਉਸ ਤੋਂ ਬਾਅਦ ਅਸੀਂ ਕਸਟਮਰ ਨੂੰ ਆਨਲਾਈਨ ਪਰ ਕੇਜੀ 100 ਰੁਪਏ ਚਾਰਜਸ ਲੈ ਕੇ ਆਨਲਾਈਨ। ਵੈਸੇ ਕੀ ਰੇਟ ਬਰਫੀ? ਵੈਸੇ 1000 ਰੁਪਏ ਕਿਲੋ ਬਰਫੀ ਦਾ। 1000 ਰੁਪਏ ਕਿਲੋ ਸੇਲ? ਜੀ, 1000 ਰੁਪਏ ਕਿਲੋ। ਕੀ ਰਾਜ਼ ਹੈ ਬਰਫੀ ਇੰਨੀ ਮਸ਼ਹੂਰ ਹੈ? ਇਹਦੇ ਟੇਸਟ ਦੇ ਪਿੱਛੇ ਕੀ ਰਾਜ਼ ਹੈ? ਇਹਦੇ ਟੇਸਟ ਦੇ ਪਿੱਛੇ ਇਹ ਹੀ ਰਾਜ਼ ਹੈ ਕਿ ਅਲਹਮਦੁਲਿਲਾ ਵੱਡਿਆਂ ਤੋਂ ਲਾ ਕੇ ਹੁਣ ਤੱਕ ਇਹਦੇ 'ਚ ਖਾਲਸ ਦੁੱਧ ਇਸਤੇਮਾਲ ਹੋ ਰਿਹਾ ਔਰ ਖਾਲਸ ਖੋਇਆ ਇਸਤੇਮਾਲ ਹੋ ਰਿਹਾ। ਅਤੇ ਤੁਹਾਡੀ ਮੁਹੱਬਤ ਅਤੇ ਇਹਨਾਂ ਵਰਕਰਾਂ ਦੀ ਆਪਣਾ ਅਣਥੱਕ ਮਿਹਨਤ ਦੇ ਬਾਵਜੂਦ ਇਹ ਆਪਣਾ ਨਾ ਬਰਫੀ ਸਾਡੀ ਖਾਲਸ ਹਰ ਚੀਜ਼ ਹੋਣ ਦੇ ਬਾਵਜੂਦ ਅੱਲਾਹ ਪਾਕ ਨੇ ਬਿਹਤਰੀਨ ਬਣਾਈ ਜੀ। ਤੁਸੀਂ ਇੱਥੇ ਕਿੰਨੇ ਚਿਰ 'ਚੋਂ ਆ ਰਹੇ ਹੋ ਬਰਫੀ ਖਾਣ? ਅਸੀਂ ਸਟੂਡੈਂਟ ਦੌਰ ਦੇ ਤਕਰੀਬਨ ਆ ਰਹੇ ਹਾਂ ਇੱਥੇ, ਲੇਕਿਨ ਸਟੂਡੈਂਟ ਦੌਰ ਤੋਂ ਲੈ ਕੇ ਹੁਣ ਤੱਕ ਇਹਨਾਂ ਦਾ ਮਿਆਰ ਬਿਲਕੁਲ ਯਕਸਾ ਰਿਹਾ। ਮਿਆਰ ਦੇ ਵਿੱਚ ਮਤਲਬ ਕੋਈ ਕਮੀ ਨਹੀਂ, ਬਹੁਤ ਅੱਛਾ ਜ਼ਾਇਕਾ। ਤੁਸੀਂ ਬਰਫੀ ਖਾ ਕੇ ਦੇਖੀ ਹੋਏਗੀ। ਇਹਨਾਂ ਦਾ ਦੁੱਧ ਜਿਸ ਤਰ੍ਹਾਂ ਹੀ ਆਏ, ਜ਼ਿਮੀਂਦਾਰ ਜਿਸ ਤਰ੍ਹਾਂ ਹੀ ਦੁੱਧ ਦੇ ਰਹੇ ਨੇ ਇਸ ਤਰ੍ਹਾਂ ਹੀ ਅੱਗੇ ਸਪਲਾਈ ਕਰ ਰਹੇ ਨੇ। ਔਰ ਮਾਸ਼ਾਅੱਲਾ ਇਹਨਾਂ ਦੇ ਮਿਆਰ ਦੀ ਵਜ੍ਹਾ ਤੋਂ ਇੰਨਾ ਇੱਥੇ ਰਸ਼ ਹੁੰਦਾ। ਲੋਕ ਇੱਥੇ ਸ਼ਾਮ ਨੂੰ ਇੰਨੇ ਇੱਕ ਗੈਦਰਿੰਗ ਹੁੰਦੀ ਆ ਔਰ ਇੱਕ ਦੂਸਰੇ ਨਾਲ ਲੜਾਈ ਹੁੰਦੀ ਆ ਕਿ ਦੁੱਧ ਨਹੀਂ ਮਿਲਿਆ ਉਹਨਾਂ ਨੂੰ। ਔਰ ਬਰਫੀ ਦੀ ਵੀ ਸੂਰਤ ਹਾਲ ਇਹੀ ਆ ਕਿ ਇਹਨਾਂ ਦੀ ਬਰਫੀ ਤਕਰੀਬਨ ਜਿਹੜੀ ਆ ਨਰਮ ਜਿਹੜੀ ਆ ਨਾ ਉਹ ਸੇਲ ਹੋ ਜਾਂਦੀ ਹੈ। ਯਾਨੀ ਸੁੱਕਣ ਤੋਂ ਪਹਿਲੇ? ਸੁੱਕਣ ਤੋਂ ਖੁਸ਼ਕ ਹੋਣ ਤੋਂ ਪਹਿਲਾਂ, ਖੁਸ਼ਕ ਹੋਣ ਦਾ ਮੌਕਾ ਹੀ ਨਹੀਂ ਮਿਲਦਾ ਜੀ।
ਤੇ ਅਸੀਂ ਵੀ ਮਤਲਬ ਆ ਕਿ ਪਹਿਲੇ ਐਡਵਾਂਸ ਬੁਕਿੰਗ ਕਰਵਾਈ ਆ। ਐਡਵਾਂਸ ਬੁਕਿੰਗ ਕਰਾਉਣ ਦੇ ਬਾਵਜੂਦ ਵੀ ਸਾਨੂੰ ਖੁਸ਼ਕ ਬਰਫੀ ਨਹੀਂ ਮਿਲੀ, ਨਰਮ ਹੀ ਮਿਲੀ ਹੈ। ਨਰਮੀ ਮਿਲੀ। ਹਾਂਜੀ, ਇਹਦੀ ਵਜ੍ਹਾ ਇਹ ਆ ਕਿ ਇਹਨਾਂ ਨੇ ਆਪਣਾ ਮਿਆਰ ਜਿਹੜਾ ਵਾ ਨਾ ਉਹ ਬਰਕਰਾਰ ਰੱਖਿਆ ਔਰ ਬੜੀ ਖੁਸ਼ੀ ਹੁੰਦੀ ਹੈ ਇੱਥੇ ਆ ਕੇ। ਮਤਲਬ ਇਹਨਾਂ ਦਾ ਕੋਆਪਰੇਟ ਕਸਟਮਰ ਦੇ ਨਾਲ ਬੜਾ ਅੱਛਾ ਵਾ ਔਰ ਅੱਲਾਹ ਪਾਕ ਇਹਨਾਂ ਨੂੰ ਆਪਣੇ ਹਿਫਜ਼ੋ ਈਮਾਨ 'ਚ ਰੱਖੇ। ਸਰਵਿਸ ਅੱਛੀ ਦੇ ਰਹੇ। ਬਹੁਤ ਅੱਛੀ ਸਰਵਿਸ ਦੇ ਰਹੇ। ਬਾਕੀ ਇਹਨਾਂ ਦਾ ਜਿਹੜਾ ਮੇਨ ਜਿੱਥੇ ਇਹਨਾਂ ਦੀ ਬਰਫੀ, ਖੋਇਆ, ਕੁਲਫੀ ਵਗੈਰਾ ਬਣਦੀ ਉਹਦਾ ਵੀ ਅਸੀਂ ਵਿਜ਼ਿਟ ਕਰ ਚੁੱਕੇ ਹਾਂ। ਉੱਥੇ ਵੀ ਮਤਲਬ ਤੁਸੀਂ ਵੀ ਕੀਤਾ ਹੋਏਗਾ। ਉੱਥੇ ਬਿਲਕੁਲ ਸਾਫ ਸੁਥਰਾ ਮਾਹੌਲ ਔਰ ਇੱਕ ਖਾਲਸ ਜਿਹੜੇ ਵੀ ਅਜਜ਼ਾ ਜਿਹੜੇ ਨੇ ਉਹ ਹੀ ਪਾਏ ਜਾਂਦੇ ਨੇ ਔਰ बड़ा अच्छा ਜਿਹੜਾ ਨਾ ਅਸੀਂ ਪਾਇਆ ਗਿਆ ਇਹਨਾਂ ਨੂੰ। अच्छा, तो नाज़रीन आपने देखा है कि हमने पहले ये मिसाल सुनी है कि जो लोग शेख लोग होते हैं ये कारोबार और बिज़नेस में बड़े स्टिक होते हैं और यानी बिज़नेस के साथ बड़े लॉयल होते हैं, अपना हर काम छोड़ के पहले बिज़नेस को प्रायोरिटी देते हैं, फिर बाकी काम करते हैं। तो ये ज़िंदा मिसाल है आपके सामने शाहकोट में कि इनके नाना जी थे, उन्होंने एक छोटे से लेवल से काम शुरू किया, दूध का, फिर बर्फ़ी का, फिर आहिस्ता आहिस्ता खोया, रबड़ी, बोतलें, यानी अब अल्हम्दुलिल्लाह पूरे पाकिस्तान नेशनल लेवल पे इनका काम जो है वो जाना जाता है और लोग यहाँ से ऑनलाइन बर्फ़ी भी डिलीवर करवाते हैं।